गुरु जी का खालसा वाहिगुरु जी की फतेह। परम सत्कारी योग सन्मानी योग गुरु सवारी गुरु प्यारी गुरु का खास रूप खालसा साध संगत जीओ। सतगुरां दी अंते अंत बख्शिश दे सदका सरबत माई भाई गुर सिख संगतां ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਤਿੰਨਾਂ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਸਾਹਿਬਾਂ ਦੇ ਅੰਮ੍ਰਿਤ ਵੇਲੇ ਤੋਂ ਲੈ ਕਰ ਧੁਰ ਦਰਗਾਹੀ ਬਚਨ ਨਿਤਨੇਮ ਕੀਰਤਨ ਰੂਪ ਅੰਦਰ ਪੜ੍ਹਦੇ ਸੁਣਦੇ ਆ ਰਹੇ ਹਾਂ। ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਸਾਡੇ ਜੀਵਾਂ ਤੇ ਤਰੁੱਠ ਕਰਕੇ ਸਾਨੂੰ ਸਿੱਧੇ ਰਾਹੇ ਮਾਰਗ ਤੇ ਪਾਉਣ ਵਾਸਤੇ ਤੁਰ ਦਰਗਾਹੀ ਬਚਨ ਗੁਰਬਾਣੀ ਰੂਪ ਤੁਰਕੀ ਬਾਣੀ ਉਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਭੱਟਾਂ ਦੇ ਸਵਈਆਂ ਦੇ ਅੰਦਰ ਚੱਲ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1391 ਅੰਗ ਦੇ ਉੱਪਰ ਅੱਜ ਵਿਚਾਰ ਆਰੰਭ ਹੁੰਦੀ ਹੈ। ਮਹਾਰਾਜ ਪਾਤਸ਼ਾਹ ਸਾਡੇ ਤੇ ਕਿਰਪਾ ਕਰਦਿਆਂ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਵਾਉਂਦਿਆਂ ਹੋਇਆਂ ਭੱਟਾਂ ਨੇ ਬੇਨਤੀਆਂ ਕੀਤੀਆਂ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਜਾਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕਰ ਉਸਤਤ ਕਰਦੇ ਆ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤਾ ਕੱਲ ਨਾਮੇ ਭੱਟ ਨੇ ਕੀਤੀ ਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸਤਤ ਅੰਦਰ ਉਪਮਾ ਅੰਦਰ ਸਿਫਤੋ ਸਾਲਾਂਘਾ ਅੰਦਰ ਭੱਟ ਕਲ ਸਹਾਰ ਦੀ ਉਸਤਤ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਨਮੁਖ ਹੋ ਕੇ ਦੁਨੀਆਦਾਰ ਜੀਵਾਂ ਨੂੰ ਇਹ ਸੂਝ ਬਖਸ਼ਦੇ ਨੇ ਕਿ ਦੁਨੀਆ ਦੇ ਲੋਗੋ ਭਲਾ ਤਾਂ ਹੋਣਾ ਹੈ, ਜੀਵਨ ਸਫਲ ਤਾਂ ਹੋਣਾ ਹੈ ਜਦ ਸਤਿਗੁਰਾਂ ਦੀ ਉਸਤਤ ਨੂੰ ਗਾਵਿਆ ਸੁਣਿਆ ਤੇ ਹਿਰਦੇ ਅੰਦਰ ਵਸਾਇਆ, ਉਦੋਂ ਪਾਰ ਉਤਾਰਾ ਹੋਣਾ ਹੈ। ਭੱਟ ਸਾਹਿਬਾਨ ਸਤਿਗੁਰੂ ਦੇ ਹਜ਼ੂਰ ਦੂਜੇ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਜਿਨ੍ਹਾਂ ਦੇ ਅੰਦਰ ਟਿਕੀ ਤੇ ਸੰਸਾਰ ਨੂੰ ਦੇ ਅੰਦਰ ਪ੍ਰਕਾਸ਼ ਹੋ ਕੇ ਸੰਸਾਰ ਨੂੰ ਪ੍ਰਕਾਸ਼ਿਆ, ਉਹਦੇ ਉਪਮਾ ਦੇ ਅੰਦਰ ਮਹਾਰਾਜ ਬਚਨ ਕਰਦੇ ਨੇ। ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਏਕ ਓੰਕਾਰ ਸਤਿਗੁਰ ਪ੍ਰਸਾਦ। ਪਰਿਪੂਰਨ ਪਰਮਾਤਮਾ ਦਾਤਾਰ ਪ੍ਰਭੂ ਇੱਕ ਹੈ, ਜਿਸ ਵਰਗਾ ਦੂਜਾ ਕੋਈ ਨਹੀਂ। ਉਹ ਅਦਵੈਤ ਸਰੂਪ ਹੈ, ਬ੍ਰਹਮ ਸਰੂਪ ਹੈ। ਉਹਦਾ ਹੀ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਨੇ ਓੰਕਾਰ ਉਹ ਸਾਰਿਆਂ ਦੀ ਉਤਪਤੀ ਕਰਨ ਵਾਲਾ ਹੈ, ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਹੈ, ਸਾਰੀ ਕਾਇਨਾਤ ਨੂੰ ਚਾਨਣ ਬਖਸ਼ਣ ਵਾਲਾ, ਹਿਰਦਿਆਂ 'ਚ ਅੰਦਰ ਬਾਹਰ ਦਾ ਤੇ ਸਾਰਿਆਂ ਦੀ ਸੰਘਾਰਤਾ ਵੀ ਕਰਨ ਵਾਲਾ ਹੈ। ਐਸਾ ਸਤਿਗੁਰੂ ਜਿਹੜਾ ਸਤ ਸਰੂਪ ਹੈ, ਉਹਦਾ ਕਦੇ ਨਾਸ ਨਹੀਂ ਹੁੰਦਾ।
ਤੇ ਸਤ ਸਦੀਵ ਕਲ ਰਹਿਣ ਵਾਲਾ ਹੁੰਦਾ ਹੈ। ਤੇ ਗੁਰ ਚੇਤਨ ਸਰੂਪ ਚਿਤਵਨੇ ਜੋਗ ਯਾਦ ਕਰਨੇ ਜੋਗ ਐਸਾ ਸਤਿਗੁਰੂ। ਪ੍ਰਸਾਦ ਕਹੀਓ ਆਨੰਦ ਸਰੂਪ ਜਿਹੜਾ ਐਸੇ ਇੱਕ ਪਰਮਾਤਮਾ ਦਾ ਚਿੰਤਨ ਕਰਦਾ ਹੈ, ਚਿਤਵਦਾ ਹੈ, ਯਾਦ ਕਰਦਾ ਹੈ, ਉਹਦੇ ਜੀਵਨ ਅੰਦਰ ਆਨੰਦ ਬਣ ਜਾਂਦਾ, ਖੇੜਾ ਬਣ ਜਾਂਦਾ ਹੈ, ਸਤ ਚਿੱਤ ਆਨੰਦ ਸਰੂਪ ਹੋ ਜਾਂਦਾ ਹੈ। ਇਹ ਸਭੋ ਕੁਝ ਤਾਂ ਹੁੰਦਾ ਹੈ ਉਹਦਾ ਚਿੰਤਨ ਕਰਦੇ ਹਾਂ, ਪਰਮਾਤਮਾ ਦੀ ਫਿਰ ਕਿਰਪਾ ਹੋ ਜਾਂਦੀ। ਜਿਹਦੇ ਤੇ ਕਿਰਪਾ ਕਰ ਦਿੰਦਾ ਹੈ ਉਹਨੂੰ ਫਿਰ ਆਪ ਮੇਲ ਲੈਂਦਾ ਹੈ, ਆਪ ਆਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀਨ ਦੁਨੀਆ ਦੇ ਮਾਲਕ, ਉਹਨਾਂ ਦੀ ਉਪਮਾ ਅੰਦਰ ਭੱਟ ਜੀ ਬਚਨ ਕਰਦੇ, ਸੋਏ ਪੁਰਖ ਧਨ ਕਰਤਾ ਕਰਨ ਕਰਤਾਰ ਕਰਨ ਸਮਰੱਥ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋਏ, ਔਰ ਉਹੀ ਕਿਹੜਾ, ਉਹੀ ਜਿਹੜਾ ਨਿਰਗੁਣ ਰੂਪ ਵਿੱਚ ਸੀ ਨਾ, ਉਹ ਸਰਗੁਣ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਹੋ ਕੇ ਆਏ। ਤੇ ਜੋ ਕੁਝ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁਨੀਆ ਨੂੰ ਚਾਨਣ ਮਨਾਰਾ ਏਕਤਾ ਇੱਕ ਮਾਰਗ ਦਿੱਤਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪੰਥ ਦਾ ਅਰਥ ਇਕੱਠ ਵੀ ਹੁੰਦਾ ਹੈ ਤੇ ਪੰਥ ਦਾ ਅਰਥ ਰਸਤਾ ਵੀ ਹੁੰਦਾ ਹੈ। ਉਹ ਰਸਤਾ ਜਿਹਦੇ ਤੇ ਮੈਲ ਲੱਗਦੀ ਨਹੀਂ, ਤੁਰਨ ਵਾਲੇ ਨੂੰ ਮੈਲ ਲੈਂਦੀ ਏ। ਮਹਾਰਾਜ ਨੇ ਧਰਮ ਦਾ ਮਾਰਗ ਉਹ ਦਿੱਤਾ ਹੈ ਜਿਹਦੇ ਤੇ ਸਫ਼ਰ ਥੋੜ੍ਹਾ ਕਰਨਾ ਪਵੇ ਤੇ ਸੁਖਾਲਾ ਮਨੁੱਖ ਵੱਧ ਹੋਵੇ। ਜਿਹੜੇ ਇਸ ਤੋਂ ਪਹਿਲਾਂ ਧਰਮ ਦੇ ਮਾਰਗ ਚੁਣੇ ਸਨ, ਕੋਈ ਪੁੱਠਾ ਲਟਕੋ, ਕੋਈ ਜਲ ਧਾਰੇ ਕਰੋ, ਕੋਈ ਧੂਣੀਆਂ ਤਾਪੋ, ਕੋਈ ਪਰਿਵਾਰ ਨੂੰ ਛੱਡੋ, ਕੋਈ ਜੰਗਲਾਂ 'ਚ ਜਾਵੋ, ਕੋਈ ਜੱਗ ਕਰੋ, ਕੋਈ ਕੁਝ ਕਰੋ, ਉਹ ਸਾਰੇ ਔਖੇ ਮਾਰਗ ਸੀ। ਤੇ ਮਹਾਰਾਜ ਜੀ ਨੇ ਉਹਨਾਂ ਨੂੰ ਕਰਦਿਆਂ ਮਨ ਵਿੱਚ ਹਉਮੈ ਆ ਕੇ ਮੈਲ ਲੱਗ ਜਾਂਦੀ ਸੀ, ਜਿਹਦੇ ਨਾਲ ਮੈਲਾ ਪ੍ਰਵਾਨਿਤ ਨਹੀਂ ਸੀ ਹੁੰਦਾ। ਮਹਾਰਾਜ ਨੇ ਉਹ ਮਾਰਗ ਦਿੱਤਾ, ਘਰ ਪਰਿਵਾਰ ਦੇ ਅੰਦਰ ਨਹੀਂ, ਤੇ ਵਾਹਿਗੁਰੂ ਵਾਹਿਗੁਰੂ ਕਰੀ ਬਾਣੀ ਪੜ੍ਹੀ, ਗੁਰਬਾਣੀ ਸੁਣੀ, ਗੁਰੂ ਗੁਰੂ ਜਪੀ, ਤੇ ਐਸਾ ਐਸਾ ਮੰਜ਼ਲ ਤੇ ਪਹੁੰਚ ਜਾਏਗਾ। ਸੋਈ ਉਹੀ ਪਰਮਾਤਮਾ ਰੂਪ ਗੁਰੂ ਨਾਨਕ। ਤੇ ਭੱਟ ਜੀ ਕਹਿੰਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਸਰਗੁਣ ਰੂਪ ਧਾਰਿਆ ਨਾ, ਉਹੀ ਰੂਪ ਗੁਰੂ ਅੰਗਦ ਦੇਵ ਮਹਾਰਾਜ ਪੁਰਖ ਨੇ, ਉਹੀ ਬਣ ਗਏ ਨੇ। ਉਹੀ ਜੋਤ ਅੰਦਰ ਪ੍ਰਕਾਸ਼ ਕਰ ਗਈ ਏ, ਜੋਤ 오ਹਾ ਜੁਗਤ ਸਾਏ। ਸਹਿ ਕਾਇਆ ਫਿਰ ਪੁਲਟੀਏ ਕਾਇਆ, ਸਰੀਰ ਦਾ ਹੇਰ ਫੇਰ ਹੋਇਆ ਹੈ। ਜਿਵੇਂ ਮਨੁੱਖ ਦਾ ਸਰੀਰ ਇੱਕ ਹੁੰਦਾ, ਆਪਾਂ ਕਿੰਨੇ ਰੰਗ ਦੇ ਕੱਪੜੇ ਬਦਲਦੇ ਹਾਂ, ਕਦੇ ਆਹ ਪਾ ਲਿਆ, ਕਦੇ ਉਹ ਪਾ ਲਿਆ। ਹੁਣ ਮਨੁੱਖ ਥੋੜ੍ਹਾ ਬਦਲਦਾ, ਸਰੀਰ ਤਾਂ ਇੱਕੋ ਹੀ ਰਹਿਣਾ ਨਾ। ਇਹ ਜੋਤ ਨੇ ਸਰੀਰ ਰੂਪੀ ਵਸਤਰ ਬਦਲਿਆ ਹੈ, ਅਸਥਾਨ ਬਦਲਿਆ, ਕਮਰਾ ਬਦਲਿਆ। ਮਹਾਰਾਜ ਕਹਿੰਦੇ ਉਹ ਪੁਰਖ ਸਰਗੁਣ ਰੂਪ ਵਿੱਚ ਆ ਗਿਆ, ਜਿਹੜਾ ਸਭਨਾਂ ਦੀ ਰਕਸ਼ਾ ਕਰਨ ਵਾਲਾ, ਜਿਹੜਾ ਸਰਬ ਵਿਆਪਕ ਹੈ, ਜਿਹੜਾ ਨਰਕਾਂ ਤੋਂ ਵੀ ਬਚਾਉਣ ਵਾਲਾ, ਹਰ ਇੱਕ ਜਗ੍ਹਾ ਤੇ ਸਹਾਇਤਾ ਕਰਨ ਵਾਲਾ। ਉਹ ਧੰਤਾ ਦੇ ਯੋਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਰੂਪ ਵਟਾਇਆ ਤੇ ਗੁਰੂ ਅੰਗਦ ਸਾਹਿਬ ਦੇ ਅੰਦਰ ਆ ਗਏ। ਕਰਤਾ ਕਾਰਨ ਕਰਤਾਰ ਕਰਨ ਸਮਰੱਥੋ। ਔਰ ਉਹ ਜਿਹੜਾ ਕਰਤਾ ਹੈ ਨਾ ਸ੍ਰਿਸ਼ਟੀ ਦਾ, ਸੋਈ ਪੁਰਖ ਧੰਨ ਕਰਤਾ ਕਾਰਨ, ਜਿਹੜਾ ਸਾਰੇ ਕਾਰਨਾਂ ਦਾ ਕਰਤਾ ਬਣਾਉਣ ਵਾਲਾ, ਜਿੰਨੇ ਕਾਰਨ ਨੇ, ਕਿਉਂਕਿ ਕਾਰਨ ਕਰਤੇ ਵਸ ਹੈ, ਜਿੰਨੇ ਕਾਰਨ ਨੇ ਪਰਮਾਤਮਾ ਦੇ ਅਧੀਨ ਨੇ। ਜਿਨ ਕਲ ਰੱਖੀ ਧਾਰ। ਔਰ ਮਹਾਰਾਜ ਕਹਿੰਦੇ ਉਹ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ। ਉਹ ਕਰਤਾਰ ਕਰ ਪਲਸ ਤਾਰ, ਕਰ ਮੈਨੇ ਹੱਥ। ਤੇ ਜਿਹਦੇ ਪਰਮਾਤਮਾ ਦੇ ਹੱਥ ਵਿੱਚ ਜੀਵਾਂ ਦੇ ਸਵਾਸਾਂ ਦੀ ਡੋਰੀ ਪਕੜੀ, ਪ੍ਰਭ ਡੋਰੀ ਹੱਥ ਤੁਮਾਰੇ।
ਔਰ ਰੋਜੀ ਰੋਟੀ ਦੀ ਡੋਰੀ ਪਕੜੀ ਆ, ਸਵਾਸਾਂ ਦੀ ਡੋਰੀ ਹੈ, ਸਦਾ ਸਫੁਰਤੀ ਹੈ, ਜੀਵਨ ਦੀ ਡੋਰੀ ਹੈ, ਔਰ ਉਹਦੇ ਹੱਥ ਵਿੱਚ ਤਾਰ ਪਕੜੀ ਹੋਈ ਹੈ। ਉਹ ਕਰਨ ਸਮਰੱਥੋ, ਸਾਰੇ ਕਾਰਜਾਂ ਨੂੰ ਕਰਨ ਦੀ ਸਮਰੱਥਾ ਰੱਖਦਾ। ਉਹ ਸਮਰੱਥ ਹੈ, ਜੋ ਚਾਹੇ ਉਹ ਕਰ ਸਕਦਾ। ਅਸੀਂ ਜੋ ਚਾਹੀਏ ਨਾ ਆਪਾਂ ਉਹ ਨਹੀਂ ਕਰ ਸਕਦੇ, ਉਹ ਜੋ ਚਾਹੇ ਮਾਲਕ ਉਹੀਓ ਕਰ ਸਕਦਾ ਹੈ। ਮੇਰੇ ਮਾਲਕ ਜਿੰਨੇ ਕਾਰਨ ਨੇ ਤੂੰ ਕਰਤਾ ਨੇ, ਤੂੰ ਉਹਨਾਂ ਦੇ ਕਰਨ ਨੂੰ, ਉਹਨਾਂ ਦੀ ਬਨਾਵਟ ਬਣਾਉਣ ਨੂੰ ਮੇਰੇ ਵਾਹਿਗੁਰੂ ਤੂੰ ਸਮਰੱਥ, ਤੂੰ ਸਮਰੱਥ ਹੈ। ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜੇ ਨਾ ਹੱਥ। हे ਧੰਨ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਧੰਤਾ ਦੇ ਯੋਗ ਸਤਿਗੁਰੂ ਜੀ ਨੇ। ਕਿਉਂ? ਕਹਿੰਦੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਨੇ ਤੁਹਾਡੇ ਮਸਤਕ ਦੇ ਉੱਪਰ ਰਹਿਮਤ ਦਾ ਹੱਥ ਰੱਖ ਦਿੱਤਾ, ਉਹ ਦਾਤਾਂ ਸਭ ਤੁਹਾਡੀ ਝੋਲੀ ਵਿੱਚ ਪਾ ਦਿੱਤੀਆਂ, ਤੁਹਾਨੂੰ ਆਪਣਾ ਰੂਪ ਦੇ ਦਿੱਤਾ। ਉਹ ਏਡੇ ਵੱਡੇ ਗੁਰੂ ਨਾਨਕ ਦੇਵ ਮਹਾਰਾਜ ਧੰਤਾ ਦੇ ਯੋਗ ਨੇ, ਸਮਰੱਥ ਨੇ, ਅਗਿਆਨ ਨੂੰ ਕੱਟਣ ਵਾਲੇ, ਉਹਨਾਂ ਪ੍ਰਕਾਸ਼ ਤੁਹਾਨੂੰ ਦੇ ਦਿੱਤਾ। ਉਹ ਪ੍ਰਕਾਸ਼ ਗੁਰੂ ਨਾਨਕ ਦੇਵ ਮਹਾਰਾਜ ਵਾਲਾ ਤੁਹਾਡੇ ਅੰਦਰ ਹੈ, ਤੁਹਾਡੇ ਤੋਂ ਦੁਨੀਆ ਨੂੰ ਮਿਲ ਰਿਹਾ ਹੈ। ਦੁਨੀਆ ਦੇ ਬੁਝੇ ਹੋਏ ਦੀਵੇ ਜਗ ਰਹੇ ਨੇ, ਉਹ ਤੁਹਾਡੇ ਤੋਂ ਜਗ ਰਹੇ ਨੇ। ਇਹ ਦਾਤ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਤੁਹਾਡੇ ਸੀਸ ਤੇ ਹੱਥ ਰੱਖਿਆ ਨਾ, ਸਮਰੱਥ ਗੁਰੂ ਸਿਰਾ ਹੱਥ ਧਰਿਓ, ਉਦੋਂ ਤੋਂ ਇਹ ਤਾਕਤਾਂ ਤੁਹਾਡੇ ਕੋਲ ਆ ਗਈਆਂ, ਤੁਹਾਨੂੰ ਬਖਸ਼ਿਸ਼ ਕਰ ਦਿੱਤੀਆਂ, ਤੁਹਾਡੇ ਤੇ ਮਿਹਰ ਕਰ ਦਿੱਤੀ, ਰਹਿਮਤ ਕਰ ਦਿੱਤੀ। ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ। ਤਾਂ ਤਿਸ ਵਕਤ ਤਦੋਂ ਜਦੋਂ ਧਰਿਓ ਮਸਤਕ ਹੱਥ, ਜਦੋਂ ਤੇਰੇ ਮਸਤਕ ਤੇ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੱਥ ਰੱਖਿਆ ਨਾ, ਮੇਰ ਵਰਸਾਈ ਨਾ, ਅੰਦਰ ਸਹਿਜ ਗਿਆਨ ਪ੍ਰਗਟ ਹੋ ਆਇਆ। ਜਦੋਂ ਮਸਤਕ ਹੱਥ ਧਰਿਆ ਅੰਦਰ ਗਿਆਨ ਪ੍ਰਗਟ ਹੋ ਗਿਆ। ਉਹ ਗੁਰੂ ਨਾਨਕ ਸਾਹਿਬ ਵਾਲਾ, ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਜੋਤ ਤੁਹਾਡੇ ਅੰਦਰ ਉਹ ਜਗਮਗਾਉਣ ਲੱਗੇ। ਸ਼ਾਂਤੀ ਦਾ ਸੋਮਾ ਤੁਹਾਡੇ ਅੰਦਰ ਪ੍ਰਗਟ ਹੋ ਗਿਆ। ਗਿਆਨ ਦਾ ਚਸ਼ਮਾ ਤੁਹਾਡੇ ਅੰਦਰ ਸਾਗਰ ਲਹਿਰਾਂ ਮਾਰਨ ਲੱਗ ਪਿਆ। ਤੇ ਜਦੋਂ ਤੁਹਾਡੇ ਅੰਦਰ ਉਹ ਮਿਹਰ ਵਰਸੀ, ਤੁਸਾਂ ਨੇ ਅੱਗੇ ਸਿੱਖਾਂ ਦੇ, ਸੰਗਤਾਂ ਦੇ ਸਿਰ ਤੇ ਮਿਹਰ ਦਾ ਹੱਥ ਧਰਿਆ ਨਾ, ਮਿਹਰ ਕੀਤੀ, ਫਿਰ ਉਸ ਵੇਲੇ ਅੰਮ੍ਰਿਤ ਉਠੋ ਛੱਜ, ਅੰਮ੍ਰਿਤ ਦੀ ਝੜੀ ਲੱਗ ਗਈ। ਸ਼ਬਦ ਰੂਪ ਅੰਮ੍ਰਿਤ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜਾ ਮੀਂਹ ਪਾਉਂਦੇ ਸਨ, ਉਹ ਤੁਸਾਂ ਨੇ ਹੁਣ ਵਰਸਾਉਣਾ ਸ਼ੁਰੂ ਕਰ ਦਿੱਤਾ ਔਰ ਸੰਘਣਾ ਮੀਂਹ ਪੈਣ ਲੱਗ ਪਿਆ ਮੇਰੇ ਦਾਤਾਰ ਪ੍ਰਭੂ। ਤੇ ਫਿਰ ਇਹ ਜਿਹੜੀ ਝੜੀ ਲਾਈ ਨਾ, ਅੰਮ੍ਰਿਤ ਸ਼ਬਦ ਦੀ ਵਰਖਾ ਕੀਤੀ ਤੁਸਾਂ ਨੇ। ਸੋਰ ਨਰ ਗਨ ਮਨ ਬੋਝ ਅਗਾਜ਼। ਮਹਾਰਾਜ ਇਸ ਦੇ ਅੰਦਰ ਸੁਰ ਦੇਵਤੇ, ਨਰ ਮਨੁੱਖ, ਗਨ ਔਰ ਦੇਵਤਿਆਂ ਦੇ ਅੱਗੇ ਸੇਵਕ, ਔਰ ਉਹ ਜਿਹੜੇ ਸਨ ਮੇਰੇ ਵਾਹਿਗੁਰੂ ਜੀ, ਔਰ ਜਿਹੜੇ ਮੁਨੀ ਜਨ ਸਨ, ਤੇ ਬੋਝ ਮਹਿਕ ਸੁਗੰਧੀ ਮੇਰੇ ਵਾਹਿਗੁਰੂ। ਆਗਾਜ਼ ਆਪਾਂ ਕਹਿੰਦੇ ਨਾ ਕਿਸੇ ਚੀਜ਼ ਦਾ ਆਗਾਜ਼ ਹੋ ਗਿਆ ਹੈ ਬਈ, ਉਹ ਪ੍ਰਗਟ ਹੋ ਕੇ ਵਰਤੇਗੀ। ਕਹਿੰਦੇ ਦਾਤਾ ਜਿਹੜੀ ਅੰਮ੍ਰਿਤ ਨਾਮ ਦੀ ਬਖਸ਼ਿਸ਼ ਦੀ ਸੁਗੰਧੀ ਤੇਰੇ ਅੰਦਰ ਵਸੀ ਸੀ ਨਾ, ਗੁਰੂ ਨਾਨਕ ਸਾਹਿਬ ਵਾਲੀ ਦਾਤ, ਜਦੋਂ ਆਪ ਨੇ ਕਿਰਪਾ ਕੀਤੀ, ਉਹ ਮਹਿਕ ਦੇ ਨਾਲ ਕੀ ਦੇਵਤੇ, ਕੀ ਮਨੁੱਖ, ਕੀ ਦੇਵਤਿਆਂ ਦੇ ਔਰ ਸੇਵਕ, ਕੀ ਮੁਨੀ ਜਨ, ਸਾਰੇ ਦੇ ਸਾਰੇ ਸੁਗੰਧਿਤ ਹੋ ਗਏ, ਹਿਰਦੇ ਦੇ ਨਾਲ ਸ਼ਾਂਤ ਹੋ ਗਏ। ਉਹਨਾਂ ਹਿਰਦਿਆਂ ਦੇ ਅੰਦਰ ਤੇਰਾ ਅੰਮ੍ਰਿਤ ਨਾਮ ਦੀ ਵਰਖਾ ਹੋਈ, ਰਹਿਮਤ ਵਰਸ ਗਈ। ਤੇ ਮਹਾਰਾਜ ਜਦੋਂ ਤੇਰੀ ਮਿਹਰ ਵਰਸੀ ਨਾ,
ਜਿਹੜੇ ਤੰਗ ਦਿਲੀ ਸਨ, ਜਿਹੜੇ ਉਹਨਾਂ ਨੂੰ ਟੇਕੇ ਵਿਕਾਰ, ਦੁਰਚਾਰ, ਦੋਖੀ, ਦੁਸ਼ਟ ਨਾਮ ਨਹੀਂ ਜਪਣ ਦਿੰਦੇ ਸਨ, ਤੇ ਜਦੋਂ ਤੋਂ ਉਹ ਸੱਚ ਦੀ ਆਵਾਜ਼ ਪ੍ਰਗਟ ਕੀਤੀ ਨਾ, ਮਾਰਿਓ ਕੰਟਕ ਕਾਲ ਗਰਜ। ਗਰਜ ਜਿਨੋਂ ਭਾਈ ਗੁਰਦਾਸ ਸਾਹਿਬ ਨੇ ਕਿਹਾ ਨਾ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ ਬੁੱਕ ਬੁੱਕਣ ਮੈਣਾ ਆਵਾਜ਼ ਕਰਨੀ। ਗਰਜਨਾ, ਸ਼ੇਰ ਦਹਾੜਦਾ ਹੈ ਨਾ ਜੰਗਲ ਵਿੱਚ, ਤੇ ਉਹਦੀ ਆਵਾਜ਼ ਹੁੰਦੀ ਏ, ਤੇ ਆਪਾਂ ਕਹਿੰਦੇ ਕਿਵੇਂ ਗਰਜਦਾ, ਜਿਵੇਂ ਬੱਦਲ ਗਰਜਦਾ, ਗੱਜਦਾ। ਕਹਿੰਦੇ ਵਾਹਿਗੁਰੂ ਔਰ ਗੁਰੂ ਅੰਗਦ ਦੇਵ ਮਹਾਰਾਜ, ਜਿਹੜੇ ਤੁਸਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੀ ਸੱਚ ਦੀ ਆਵਾਜ਼ ਬੁਲੰਦ ਕੀਤੀ ਸੀ ਨਾ, ਜਦੋਂ ਸੱਚ ਦੀ ਗਰਜ ਪੈਦਾ ਤੁਸਾਂ ਨੇ ਕੀਤੀ, ਤੇ ਜਿਹੜਾ ਕਾਲ ਕੰਟਕ ਸੀ ਨਾ, ਕਲਯੁਗ ਦੇ ਭਿਆਨਕ ਦੁੱਖ ਦਰਦ ਦਲਿੱਦਰ ਸਨ, ਮਹਾਰਾਜ ਉਹਨਾਂ ਨੂੰ ਭੱਜਦਿਆਂ ਨੂੰ ਦੇਰੀ ਨਾ ਲੱਗੀ। ਉਹ ਭੱਜ ਗਏ, ਉਹਨਾਂ ਨੂੰ ਦੌੜਦਿਆਂ ਦੇਰੀ ਨਾ ਲੱਗੀ। ਬੜੇ ਬੜੇ ਦੁਖੀ ਚੱਲ ਕੇ ਆਇਆ ਕਰਦੇ ਸਨ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੀ ਜਿੱਤੇ ਨਜ਼ਰ ਪੈ ਜਾਂਦੀ ਸੀ, ਉਹਦੀ ਕੰਚਨ ਵਰਗੀ ਕਾਇਆ ਹੋ ਜਾਂਦੀ ਸੀ। ਮਹਾਰਾਜ ਤੁਹਾਡੀ ਮਿਹਰ ਦੀ ਨਜ਼ਰ ਨਾਲ ਇਹ ਦੁੱਖ ਰੋਗ ਭੱਜ ਜਾਂਦੇ ਨੇ। ਤੁਹਾਡੀ ਗਰਜ ਆਵਾਜ਼, ਸ਼ਬਦ ਨੂੰ ਸੁਣ ਕੇ, ਬੋਲਾਂ ਨੂੰ ਸੁਣ ਕੇ, ਇੱਕ ਬੋਲ ਕਰ ਦਿੱਤਾ ਤੇ ਦੁੱਖ ਰੋਗ ਦੀ ਮੁਜਾਲ ਨਹੀਂ ਉੱਥੇ ਖੜਾ ਰਵੇ, ਉਹ ਭੱਜ ਜਾਂਦਾ। ਮਹਾਰਾਜ ਇਹ ਤੁਹਾਡੇ ਸ਼ਬਦ ਦੀ ਇੰਨੀ ਤਾਕਤ, ਧਾਵਤ ਲਿਓ ਬਰਜ। ਜਿਹੜਾ ਮਨ ਧਾਵਤ ਦੌੜਦਾ ਸੀ ਨਾ, ਇੱਧਰ ਉੱਧਰ ਭੱਜਦਾ ਸੀ, ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀੜਾ, ਥਿਰ ਨਾ ਰਹਿਤ ਚਾਰੇ ਕੁੰਡਾ ਭਾਲੇ। ਮਹਾਰਾਜ ਉਹਨੂੰ ਵਿਵਰਜਿਤ ਕਰ ਦਿੱਤਾ, ਉਹ ਟਿਕ ਗਿਆ, ਹੁਣ ਦੌੜਦਾ ਨਹੀਂ, ਉਹਨੂੰ ਵਿਵਰਜਿਤ ਰੋਕ ਦਿੱਤਾ, ਰੋਕਥਾਮ ਕਰ ਦਿੱਤੀ। ਪੰਚ ਭੂਤ ਏਕ ਘਰ ਰਾਖ ਲੈ ਸਮਝ। ਮਹਾਰਾਜ ਜਿਹੜੇ ਪੰਜ ਭੂਤ ਸਨ, ਇਹ ਪੰਜ ਭੂਤਾਂ ਦਾ, ਪੰਜ ਤੱਤਾਂ ਦਾ ਬਣਾਇਆ ਸਰੀਰ, ਇਸ ਇੱਕ ਘਰ ਦੇ ਅੰਦਰ ਲੈ ਬਖਸ਼ਿਸ਼ ਲੈ ਕੇ ਇਕੱਠੇ ਕਰਕੇ ਮਹਾਰਾਜ ਇਹਨੂੰ ਸਥਿਰਤਾ ਦਿੱਤੀ, ਟਿਕਾਓ ਦਿੱਤਾ। ਤੁਰੀ ਅਵਸਥਾ ਵਿੱਚ ਰਾਖ ਲੈ ਸਮਝ, ਸਹਿਜ ਅਵਸਥਾ ਦੇ ਵਿੱਚ ਮਿਲਾ ਦਿੱਤੇ, ਸ਼ਾਂਤੀ ਪੂਰਵਕ ਟਿਕਾ ਦੇਣਾ ਕੀਤਾ ਇਹਨੂੰ। ਤੇ ਜਗ ਜੀਤੋ ਗੁਰਦੁਆਰ ਖਿਲੈ ਸਮਤ ਸਾਰ। ਇਹ ਮੇਰੇ ਵਾਹਿਗੁਰੂ, ਜਗਤ ਨੂੰ ਜਿੱਤਿਆ ਔਰ ਜਗਤ ਦੇ ਅੰਦਰ ਜਿੱਤ ਪ੍ਰਾਪਤ ਕੀਤੀ ਗੁਰਦੁਆਰ, ਗੁਰੂ ਦੇ ਦਰ ਤੇ ਆ ਕੇ। ਗੁਰੂ ਸਮਝਾਉਂਦਾ ਹੈ ਜਗਤ ਨੂੰ ਕਿਵੇਂ ਜੀਤਣਾ ਆ। ਮਨ ਜੀਤੈ ਜਗ ਜੀਤ, ਇਹ ਗੁਰੂ ਦੇ ਦਰ ਤੇ ਆ ਕੇ ਗੁਰੂ ਤੋਂ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਖਿਲੈ ਸਮਤ ਸਾਰ। ਸਾਰ ਜਿਹੜੀ ਬਾਜੀ ਆ ਨਾ ਸੰਸਾਰ ਦੀ, ਇਹਨੂੰ ਸਮਤ ਬਰਾਬਰ ਰੂਪ 'ਚ ਖੇਲਦੇ ਆ। ਬਰਾਬਰ ਸਮਦ੍ਰਿਸ਼ਟੀ 'ਚ ਕੋਈ ਆਵੇ, ਕੋਈ ਸੇਵਕ ਮਾਵੇ ਔਰ ਤੁਸੀਂ ਉਹਦੇ ਤੇ ਮਿਹਰ ਵਰਸਾਉਂਦੇ ਹੋ, ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਇਹ ਗੁਰੂ ਨਾਨਕ ਸਾਹਿਬ ਦੀ ਪ੍ਰਥਾ ਜਿਉਂ ਦੀ ਤਿਉਂ ਚੱਲੀ ਆਉਂਦੀ ਆ। ਮਹਾਰਾਜ ਤੁਸੀਂ ਮਿਹਰ ਕਰਦੇ ਹੋ। ਰਥ ਓਨ ਮਨ ਲਿਵ ਰਾਖ ਨਿਰੰਕਾਰ। ਮਹਾਰਾਜ ਜਿਹੜਾ ਇਹ ਰਥ ਹੈ ਜ਼ਿੰਦਗੀ ਦਾ, ਮਹਾਰਾਜ ਉਨਮਨ, ਜਿਹੜਾ ਉਨਮਨ ਔਰ ਅਵਸਥਾ ਦੇ ਅੰਦਰ ਸਥਿਰਤਾ ਪਾ ਲੈਣੀ। ਲਿਵ ਰਾਖ ਨਿਰੰਕਾਰ, ਨਿਰਾ ਆਕਾਰ ਸਰੂਪ, ਜਿਹੜਾ ਨਿਰਗੁਣ ਸਰੂਪ ਵਾਹਿਗੁਰੂ ਆ ਨਾ, ਮਹਾਰਾਜ ਕਹਿੰਦੇ ਉਹਦੇ ਨਾਲ ਲਿਵ ਰਾਖ, ਲਿਵ ਜੋੜ, ਉਨਮਨੀ ਅਵਸਥਾ, ਜਿਹਨੂੰ ਇਹ ਕਹਿ ਲਈਏ ਤੁਰਿਆ ਅਵਸਥਾ। ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋਣਾ। ਮਹਾਰਾਜ ਸਾਹਿਬ ਕਹਿੰਦੇ ਸਜਣਾ ਉਹਦੇ ਵਿੱਚ ਅਭੇਦ ਹੋ ਜਾਵੇਂਗਾ। ਨਿਰ ਆਕਾਰ ਨੂੰ ਜਪੇਂਗਾ, ਉਹਦੇ ਨਾਲ ਮਿਲ ਜਾਵੇਂਗਾ। ਆਕਾਰ ਨਾਲ ਕੋਈ ਮਿਲਦਾ ਨਹੀਂ, ਆਕਾਰ ਸਾਰੇ ਵਿਨਾਸ਼ ਹੁੰਦੇ ਆ ਨਿਰ ਆਕਾਰ ਤੋਂ ਬਗੈਰ। ਉਹਦੇ ਨਾਲ ਲਿਵ ਜੋੜ, ਸੁਰਤ ਜੋੜ,
ਕਹੋ ਕੀਰਤਾ ਕਲ ਸਹਾਰ ਸਪਤ ਦੀਪ ਮਝਾਰ। ਔਰ ਕਲ ਸਹਾਰ ਨਾਮ ਭੱਟ ਦਾ ਹੈ। ਕਲ ਸਹਾਰ ਨਾਮ ਦਾ ਭੱਟ ਕਹਿੰਦਾ ਕਹੋ ਕੀਰਤ, ਪ੍ਰਭੂ ਦੀ ਕੀਰਤੀ, ਜਸ, ਵਡਿਆਈ, ਉਪਮਾ, ਸੋਭਾ ਕਹੋ, ਉਚਾਰੋ, ਕਰੋ। ਔਰ ਗੁਰੂ ਦੀ ਸੋਭਾ ਵਡਿਆਈ ਜਿਹੜੀ ਹੈ ਸਪਤ ਦੀਪ ਮਝਾਰ, 7 ਦੀਪਾਂ ਦੇ ਵਿੱਚ ਹੋ ਰਹੀ ਹੈ, ਕੱਲੀ ਮਾਤ ਲੋਕ ਤੇ ਨਹੀਂ। ਜਿੱਥੇ ਜਿੱਥੇ ਜੀਵ ਜਿਸ ਜਿਸ ਰੂਪ ਚ ਵਸਦੇ ਆ ਨਾ, ਉੱਥੇ ਉੱਥੇ ਪ੍ਰਭੂ ਦੀ ਵਡਿਆਈ ਹੋ ਰਹੀ ਹੈ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਭਾਈ ਲਹਿਣਾ ਸੇਵਾ ਕਰਕੇ, ਗੁਰੂ ਨੂੰ ਪ੍ਰਸੰਨ ਕਰਕੇ ਜਗਤ ਦੇ ਗੁਰੂ ਬਣ ਗਏ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਰਸ ਕੇ, ਛੋਹ ਕੇ ਔਰ ਉਹਦੇ ਤੋਂ ਪ੍ਰਾਪਤੀ ਲੈ ਕੇ ਔਰ ਹਿਰਦੇ ਦੇ ਅੰਦਰ ਬਖਸ਼ਿਸ਼ ਲੈ ਕੇ ਔਰ ਮਹਾਰਾਜ ਕਹਿੰਦੇ ਉਹ ਜਗਤ ਦੇ ਵਿੱਚ ਗੁਰੂ ਬਣ ਗਏ। ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੂਪ ਧਾਰਨ ਕਰ ਲਿਆ ਤੇ ਉਹ ਜਗਤ ਦੇ ਗੁਰੂ ਬਣ ਗਏ। ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ, ਜਿਨ੍ਹਾਂ ਦੀ ਦ੍ਰਿਸ਼ਟੀ ਨਦਰ ਦੇ ਵਿੱਚ ਅੰਮ੍ਰਿਤ ਵਰਸਦਾ ਹੈ, ਅੰਮ੍ਰਿਤ ਦਾ ਝਰਨਾ ਝਰਦਾ ਹੈ। ਔਰ ਕਾਲਖ ਖਨ ਉਤਾਰ, ਜਿਹੜੀ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਕਾਲਖ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਓ। ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਹੁਕਮ ਨੂੰ ਮੰਨਿਆ, ਉਹਦੇ ਬਚਨਾਂ ਨੂੰ ਜਿਹੜਾ ਸੀ ਜੀਵਨ ਵਿੱਚ ਧਾਰਿਆ, ਉਹਦੇ ਦਰਸਾਏ ਮਾਰਗ ਤੇ ਆਪਣੇ ਆਪ ਨੂੰ ਤੋਰਿਆ, ਮਹਾਰਾਜ ਸਾਹਿਬ ਕਹਿੰਦੇ ਉਹ ਕਾਲਖ ਜੜ੍ਹਾਂ ਤੋਂ ਪੱਟ ਦਿੱਤੀ ਔਰ ਖੰਨ ਕੇ ਪੁੱਟ ਕੇ ਬਾਹਰ ਕੱਢ ਦਿੱਤੀ, ਉਤਾਰ ਦਿੱਤੀ, ਖਤਮ ਕਰ ਦਿੱਤੀ। ਤਿਮਰ ਅਗਿਆਨ ਜਾਹੇ ਦਰਸ ਦੁਆਰ, ਜਿਹੜਾ ਅਗਿਆਨਤਾ ਦਾ ਤਿਮਰ ਹਨੇਰਾ ਹਿਰਦਿਆਂ ਅੰਦਰ ਛਾਇਆ ਹੈ, ਜਿੱਥੇ ਦਿਲ ਅੰਧਿਆਰੀ ਰਾਤ ਹੈ ਨਾ, ਕਹਿੰਦੇ ਕਿਤੇ ਜਪਦਾ ਜਪਦਾ ਗੁਰੂ ਦੇ ਦਰ ਤੇ ਆ, ਗੁਰੂ ਦੇ ਦਰ ਤੇ ਪ੍ਰਵਾਨ ਹੋ, ਗੁਰੂ ਦਾ ਦਰਸ਼ਨ ਕਰ। ਉਹਦਾ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਮਹਾਰਾਜ ਕਹਿੰਦੇ ਤੇਰੇ ਅੰਦਰੋਂ ਅਗਿਆਨ ਚਲਾ ਜਾਏਗਾ। ਓਏ ਜੋ ਸੇਵੈ ਸ਼ਬਦ ਸਾਰ, ਜਿਹੜਾ ਉਸ ਸ਼ਬਦ ਸਰੇਟ ਨੂੰ ਜਪਦਾ ਹੈ ਔਰ ਉਹਦਾ ਹਿਰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਸ਼ਬਦ ਨੂੰ, ਔਰ ਜਿਹੜਾ ਵੀ ਸਿਮਰਦਾ ਯਾਦ ਕਰਦਾ ਹੈ, ਬੇਖਮ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ। ਮਹਾਰਾਜ ਸਾਹਿਬ ਕਹਿੰਦੇ ਬੜੀ ਬਿਖਮ ਗਾਖੜੀ, ਬੜੀ ਔਖਿਆਲੀ ਘਾਟੀ ਆ, ਬੜਾ ਔਖਾ ਮਾਰਗ ਏ। ਔਖਾ ਇਹ ਨਹੀਂ ਬਈ ਕਿਤੇ ਖੱਡਾ ਆ ਗਿਆ ਤੇ ਕਿਤੇ ਇੱਧਰ ਨੂੰ ਲਮਕਣਾ ਪੈਣਾ, ਇਹ ਔਖਾ ਨਹੀਂ ਗਾ। ਅਸੀਂ ਕਹਾਂਗੇ ਸਤਸੰਗਤ 'ਚ ਆ ਕੇ ਬੈਠ ਗਏ, ਕਿਹੜਾ ਔਖਾ ਕੰਮ ਏ। ਗੁਟਕਾ ਲੈ ਕੇ ਬਾਣੀ ਪੜ੍ਹ ਲੈਣੀ, ਕਿਹੜਾ ਔਖਾ ਕੰਮ ਏ। ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਪ ਲੈਣਾ, ਕਿਹੜਾ ਔਖਾ ਕੰਮ ਏ। ਇਹ ਕੋਈ ਔਖਾ ਨਹੀਂ ਸੰਗਤ ਜੀ। ਔਰ ਪੂਜਾ ਕਰ ਲੈਣੀ ਕੋਈ ਔਖਾ ਨਹੀਂ, ਗੁਰਦੁਆਰੇ ਮੰਦਰ ਮਸਜਿਦ ਆ ਜਾਣਾ ਕੋਈ ਔਖਾ ਨਹੀਂ। ਔਖੀ ਗੱਲ ਇਹ ਆ ਜੋ ਗੁਰੂ ਕਹਿੰਦਾ ਹੈ ਉਹ ਕਰਨਾ, ਔਰ ਅੰਦਰੋਂ ਬਾਹਰੋਂ ਜਿਉਂ ਦਾ ਤਿਉਂ ਬਦਲਾਓ ਲਿਆਉਣਾ। ਔਖਾ ਇਹ ਆ ਆਪਣੇ ਫੁਰਨਿਆਂ ਨੂੰ ਬਦਲਣਾ, ਔਖਾ ਇਹ ਆ ਆਪਣੇ ਵਿਚਾਰਾਂ ਨੂੰ ਬਦਲਣਾ, ਆਪਣੇ ਮਨ ਦੇ ਅੰਦਰੋਂ ਫੁਰਨਾ ਮਾੜਾ ਉਤਪਨ ਹੀ ਨਾ ਹੋਣ ਦੇਣਾ, ਪ੍ਰਭੂ ਪ੍ਰਾਇਨ ਹੋਣ ਦੇਣਾ। ਇਹ ਔਖਾ ਹੈ, ਇਹ ਬੜੀ ਬਿਖਮ ਕਠਨ ਕਾਰ ਏ। ਮਹਾਰਾਜ ਕਹਿੰਦੇ ਜਿਹਦੇ ਤੇ ਤੂੰ ਤਰੁੱਠ ਗਿਆ, ਜਿਹੜਾ ਤੇਰੀ ਸ਼ਰਨ ਆ ਗਿਆ ਮੇਰੇ ਸੱਚੇ ਪਾਤਸ਼ਾਹ, ਉਹਦੇ ਤੇ ਤੂੰ ਕਿਰਪਾ ਕਰ ਦਿੱਤੀ। ਤੇ ਨਰ ਉਹ ਮਨੁੱਖ ਜਿਹੜਾ ਸ਼ਰਨ ਆ ਗਿਆ, ਜਿਹਨੇ ਜਪ ਲਿਆ, ਤੈਨੂੰ ਆਪਾ ਸਮਰਪਣ ਕਰ ਦਿੱਤਾ, ਭਾਵ ਸੰਸਾਰ ਤੋਂ ਉਤਾਰ ਕੀਏ ਨਿਰਭਾਰ। ਮਹਾਰਾਜ ਇਹਦੇ ਤੋਂ ਪਾਰ ਕਰ ਦਿੱਤੇ। ਤੇ ਜਿਹੜਾ ਭਾਰ ਸੀ ਨਾ ਉਹਨਾਂ ਦੇ ਸਿਰ ਤੇ, ਡੂਬੇ ਜਿਨ ਸਿਰ ਭਾਰ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਮਹਾਰਾਜ ਉਹ ਭਾਰ ਨੂੰ ਤੋਂ ਨਿਰ ਰਹਿਤ ਕਰ ਦਿੱਤੇ।
ਉਹਨਾਂ ਦੇ ਸਿਰ ਤੋਂ ਪਾਪਾਂ ਦੀਆਂ ਪੰਡਾਂ ਉਤਰ ਗਈਆਂ, ਪਾਪਾਂ ਦਾ ਬੋਝ ਉਤਰ ਗਿਆ, ਉਹ ਇਹਦੇ ਤੋਂ ਰਹਿਤ ਹੋ ਗਏ ਤੇ ਸੰਸਾਰ ਤੋਂ ਤਰ ਗਏ। ਸਤ ਸੰਗਤ ਸਹਿਜ ਸਾਰ, ਜਾਗੀਲੇ ਗੁਰ ਵਿਚਾਰ। ਸਤ ਸੰਗਤ ਦੇ ਵਿੱਚ ਆ ਕੇ ਸਹਿਜ ਸ਼ਾਂਤੀ ਪੂਰਵਕ ਸ਼ਾਂਤੀ ਹਾਸਲ ਕਰਨੀ ਤੇ ਸਤ ਸੰਗਤ ਵਿੱਚ ਆ ਕੇ ਸ਼ਾਂਤ ਮਨ ਨਾਲ ਜਪ ਕੇ ਗਿਆਨ ਪ੍ਰਗਟ ਕਰਨਾ ਔਰ ਸ੍ਰੇਸ਼ਟਤਾਈ ਦਾ ਸਾਰ ਸ੍ਰੇਸ਼ਟ ਗਿਆਨੋ ਤੇ ਗਿਆਨ ਪਾ ਕੇ ਜਾਗੀਲੇ ਜਾਗਣਾ, ਅੰਦਰੋਂ ਸੁੱਤੇ ਮਨ ਨੂੰ ਜਗਾਉਣਾ, ਜਿਹਨੂੰ ਮਹਾਰਾਜ ਕਹਿੰਦੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹ ਗਾਫਲ ਸੋਇਆ। ਔਰ ਜਾਗ ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਜਾਗ ਕੇ ਉਹਨੂੰ ਆਵਾਜ਼ ਮਾਰ ਕੇ ਜਪਾਉਣਾ, ਜਿਹਨੂੰ ਸਾਹਿਬ ਕਹਿੰਦੇ ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਔਰ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲੰਬੇ ਗੋਂਡ ਪਸਾਰ। ਇੱਕ ਦਿਨ ਲੰਮੇ ਗੋਡੇ ਕਰਕੇ ਲੱਤਾਂ ਲੰਮੀਆਂ ਕਰਕੇ ਸੌਂ ਜਾਵੇਂਗਾ, ਉੱਠਿਆ ਨਹੀਂ ਹੁਣ ਜਾਣਾ। ਮਹਾਰਾਜ ਕਹਿੰਦੇ ਉਹ ਜਾਗੇ, ਪ੍ਰਭੂ ਵਾਲੇ ਪਾਸੇ ਨੂੰ ਤੁਰੇ। ਔਰ ਉਹ ਕਿਵੇਂ ਜਾਗੇ? ਗੁਰ ਵਿਚਾਰ, ਗੁਰੂ ਦੀ ਵਿਚਾਰ ਨੂੰ ਅਪਣਾ ਕੇ, ਗੁਰੂ ਵਾਲੇ ਵਿਚਾਰਾਂ ਨੂੰ ਹਿਰਦੇ 'ਚ ਟਿਕਾ ਕੇ। ਨਿਮਰੀ ਭੂਤਾ ਸਦੀਵ ਪਰਮ ਪਿਆਰ, ਨਿਮਰੀ ਨਿਮਰਤਾ ਦੀ ਮੂਰਤ, ਭੂਤ ਮੈਂ ਨਾ ਮੂਰਤ, ਨਿਮਰਤਾ ਦੀ ਮੂਰਤ ਬਣ ਗਏ ਉਹ ਜਪਣ ਵਾਲੇ, ਮਾਰਗ ਤੇ ਚੱਲਣ ਵਾਲੇ। ਉਹ ਨਿਮਰੀ ਭੂਤ ਸਦੀਵ ਹਮੇਸ਼ਾ, ਤੇ ਹਿਰਦੇ ਵਿੱਚ ਪਰਮ ਪਿਆਰ, ਪਰਮਾਤਮਾ ਦਾ ਪਿਆਰ, ਤ੍ਰਿਸਕਾਰ ਨਹੀਂ, ਈਰਖਾ ਨਹੀਂ, ਅੰਦਰ ਪਿਆਰੇ ਪਰਮਾਤਮਾ ਦਾ, ਵੈਗੁਰੂ ਦਾ। ਕਹੋ ਕੀਰਤਾ ਕਲ ਸਹਾਰ, ਕਲ ਸਹਾਰ ਭੱਟ ਕਹਿੰਦਾ ਹੈ ਐਸੀ ਕੀਰਤੀ ਕਹੋ ਕਰੋ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ 'ਚ। ਔਰ ਗੁਰੂ ਨਾਨਕ ਸਾਹਿਬ ਨੇ ਕਦੇ ਸ਼ੱਕ ਸ਼ੁਬਾ ਨਾ ਕਰ ਲਿਆ ਜੇ, ਇਹਨਾਂ ਦੇ ਬਚਨਾਂ ਨੂੰ ਕਮਾਓ ਤੇ ਕੀਰਤੀ ਗਾਓ। ਔਰ ਭੱਟ ਜੀ ਕਹਿੰਦੇ ਨੇ ਸਪਤ ਦੀਪ ਮਜ਼ਾਰ, 7 ਦੀਪਾਂ ਦੇ ਵਿੱਚ ਐਸੀ ਕੀਰਤੀ ਗੁਰੂ ਅੰਗਦ ਸਾਹਿਬ ਦੀ ਹੋ ਰਹੀ ਹੈ। ਲਹਿਣਾ ਜਗਤਰ ਗੁਰ ਪਰਸੁ ਮੁਰਾਰ, ਐਸੀ ਸਤਿਗੁਰੂ ਨਿਰਗੁਣ ਰੂਪ ਨੂੰ ਸਪਰਸ਼ ਕਰਕੇ ਔਰ ਮੁਰਾਰੀ ਗੁਰੂ ਨੂੰ ਪਰਸ਼ ਕਰਕੇ, ਔਰ ਜਿਹੜਾ ਹੈ ਧੰਨ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਸਪਰਸ਼ ਕਰਕੇ ਔਰ ਜਗਤ ਦੇ ਗੁਰੂ ਬਣ ਗਏ ਨੇ। ਦੁਨੀਆ ਦੇ ਲੋਕੋ ਇਹਨਾਂ ਨੂੰ ਸਪਰਸ਼ ਕਰ ਲਓ, ਤੁਹਾਡੇ ਦੁੱਖ ਚਲੇ ਜਾਣਗੇ, ਰੋਗ ਚਲੇ ਜਾਣਗੇ। ਤੈ ਤੋ ਦਰੜਿਓ ਨਾਮ ਅਪਾਰ। ਹੇ ਮੇਰੇ ਸਤਿਗੁਰੂ ਅੰਗਦ ਦੇਵ ਮਹਾਰਾਜ, ਤੁਸਾਂ ਨੇ ਜਿਹੜਾ ਪਾਰਾਵਾਰ ਤੋਂ ਪਰੇ ਬੇਅੰਤ ਵੈਗੁਰੂ ਦਾ ਨਾਮ ਸੀ ਨਾ, ਤੁਸਾਂ ਨੇ ਉਹ ਦ੍ਰਿੜਿਓ ਹਿਰਦੇ ਵਿੱਚ ਪਰਪੱਕ ਕੀਤਾ, ਉਹਨੂੰ ਟਿਕਾਇਆ। ਬਿਮਲ ਜਾਸ ਬਿਥਾਰ, ਤੇ ਬਿਮਲ ਜਿਹੜਾ ਪਵਿੱਤਰ ਉਜਵਲ, ਜਾਸ ਜਸ ਤੇਰੀ ਵਡਿਆਈ ਨਾ, ਉਹਦਾ ਬੈਥਾਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਡਿਆਈ, ਉਹਦਾ ਬੈਥਾਰ, ਉਹਦਾ ਫੈਲਾਵ ਕੀਤਾ ਤੁਸਾਂ ਨੇ। ਤੇ ਸਿੱਖਾਂ ਨੂੰ ਵੀ ਕਿਹਾ, ਗੁਰੂ ਕੇ ਸਿੱਖੋ, ਦੁਨੀਆ ਦੇ ਲੋਗੋ, ਗੁਰੂ ਦੀ ਵਡਿਆਈ ਪਹਿਲਾਂ ਆਪ ਕਰੋ, ਫਿਰ ਉਹਦਾ ਫੈਲਾਵ ਕਰੋ। ਗੁਰੂ ਦੀ ਉਪਮਾ ਦਾ ਔਰ ਪਵਿੱਤਰ ਜਸ ਦਾ। ਸਾਧਕ ਸਿੱਧ ਸੋ ਜਨ ਜੀਆ ਕੋ ਆਧਾਰ, ਸਾਧਕ ਜਿਹੜੇ ਸਾਧਨਾ ਕਰ ਰਹੇ, ਸਿਮਰਨ ਕਰ ਰਹੇ, ਜਪ ਜਾਪ ਕਰ ਰਹੇ, ਚੱਲ ਰਹੇ, ਉਹ ਸਾਧਕ ਤੇ ਸਿੱਧ ਪੁੱਗੇ ਹੋਏ, ਜਿਨ੍ਹਾਂ ਨੇ ਰੱਬ ਦੇਵ ਨੂੰ ਪਾਲਿਆ, ਉਹ ਸਾਰੇ ਦੇ ਸਾਰੇ ਜਿਹੜੇ ਨੇ। ਔਰ ਸ੍ਰੇਸ਼ਟ ਜਨ ਸੇਵਕ ਜੀਆਂ ਕੋ ਆਧਾਰ, ਇਹ ਜਿਹੜਾ ਪ੍ਰਭੂ ਦਾ ਨਾਮ ਹੈ, ਸਾਧਕ ਸਾਧਨਾ ਕਰਨ ਵਾਲੇ ਸਿੱਧਾਂ ਦਾ, ਸਿੱਧੀ ਸਪੰਨ ਔਰ ਸ੍ਰੇਸ਼ਟ ਜਨ, ਸਾਰਿਆਂ ਦਾ ਉਜਵਲ ਨਾਮ ਜਿਹੜਾ ਨਾ ਆਧਾਰ ਆਸਰਾ ਰੂਪ ਹੈ। ਔਰ ਨਾਮ ਤੋਂ ਬਗੈਰ ਕੁਝ ਨਹੀਂ, ਨਾਮ ਨੂੰ ਜਪੋ, ਪਾਰ ਉਤਾਰਾ ਦੁੱਖ ਦਰਦ
ਆਵਾਗਮਨ ਤਾਂ ਮਿਟਣਾ ਜੇ। ਭੱਟ ਜੀ ਕਹਿੰਦੇ ਉਹਨੂੰ ਜਪੋ, ਤੂੰ ਤਾਂ ਜਨਕ ਰਾਜਾ ਅਵਤਾਰ। ਹੇ ਵਾਹਿਗੁਰੂ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਤਾਂ ਜਨਕ ਰਾਜਾ ਅਵਤਾਰ। ਇੱਥੇ ਦਾ ਮਤਲਬ ਇਹ ਨਾ ਸਮਝ ਲੈਣਾ, ਕਈ ਵੇਰ ਅਸੀਂ ਇਹ ਵੀ ਸਮਝਾਨੇ ਬਈ ਜਨਕ ਰਾਜੇ ਦਾ ਅਵਤਾਰ ਨਹੀਂ। ਇੱਥੇ ਇਹ ਕਿਹਾ ਹੈ ਜਿਵੇਂ ਜਨਕ ਗਿਆਨ ਕਰਦਾ ਸੀ ਨਾ, ਸਮਦ੍ਰਿਸ਼ਟੀ ਨਾਲ ਸਾਰਿਆਂ ਨੂੰ ਵਰਤਾਰੇ ਵਰਤਾਉਂਦਾ ਸੀ। ਮਹਾਰਾਜ ਉਹਦੇ ਘਰ ਵਿੱਚੋਂ ਕੋਈ ਖਾਲੀ ਨਹੀਂ ਸੀ ਮੁੜਦਾ, ਤੇ ਮਹਾਰਾਜ ਤੇਰੇ ਘਰ ਵਿੱਚੋਂ ਜਿਹੋ ਜਿਹਾ ਆਵੇ ਖਾਲੀ ਕੋਈ ਨਹੀਂ ਉਹ ਮੁੜਦਾ। ਔਰ ਜਨਕ ਰਾਜ ਵਰਤਾਇਆ। ਜਨਕ ਰਾਜੇ ਨੇ ਜਿਵੇਂ ਧਰਮੀ ਰਾਜ ਚਲਾਇਆ ਸੀ ਨਾ, ਤੁਸੀਂ ਉਵੇਂ ਚਲਾਤਾ। ਜਨਕ ਦਾ ਅਰਥ ਹੁੰਦਾ ਹੈ ਗਿਆਨ। ਤੁਸੀਂ ਗਿਆਨ ਦਾ ਰਾਜ ਚਲਾਇਆ ਤੇ ਮਹਾਰਾਜ ਹਿਰਦਿਆਂ 'ਚ ਪ੍ਰਕਾਸ਼ ਕੀਤਾ। ਜਨਕ ਮੈਣਾ ਹੁੰਦਾ ਹੈ ਪਿਤਾ, ਤੇ ਮਹਾਰਾਜ ਔਰ ਤੁਸੀਂ ਸਾਰੀ ਕਾਇਨਾਤ ਦੇ ਪਿਤਾ ਸਰੂਪ ਹੋ। ਤੇ ਸਾਰਿਆਂ ਦੇ ਘਰਾਂ ਵਿੱਚ ਜਨਕ ਗਿਆਨ ਦਾ ਪ੍ਰਕਾਸ਼ ਹਿਰਦਿਆਂ 'ਚ ਕਰ ਦਿੰਦੇ ਹੋ, ਸਾਰਿਆਂ ਨੂੰ ਪ੍ਰਕਾਸ਼ ਬਖਸ਼ਦੇ ਹੋ। ਤੁਸੀਂ ਇੱਕ ਗਿਆਨ ਦਾ ਰਾਜ ਚਲਾ ਦਿੱਤਾ, ਪ੍ਰਕਾਸ਼ ਹੀ ਪ੍ਰਕਾਸ਼ ਬਖਸ਼ਦੇ ਹੋ। ਐਸੇ ਦਾਤੇ ਹੋ, ਐਸੀ ਕਿਰਪਾ ਕਰਨੇ ਹੋ। ਤੁਸੀਂ ਉਹ ਰੂਪ ਆਏ ਹੋ, ਸ਼ਬਦ ਸੰਸਾਰ ਸਾਰ। ਮਹਾਰਾਜ ਸਾਰ ਰੂਪ, ਸ੍ਰੇਸ਼ਟ ਰੂਪ, ਤਤ ਰੂਪ ਸੰਸਾਰ ਵਿੱਚ ਸ਼ਬਦ ਉਪਦੇਸ਼ ਹੈ। ਪ੍ਰਕਾਸ਼ ਉਹਦੇ ਅੰਦਰ ਹੋਣਾ ਜੇ, ਗਿਆਨ ਉਹਦੇ ਅੰਦਰ ਵਸਣਾ ਜੇ। ਜਿਹਨੇ ਸ਼ਬਦ ਨਾਲ ਜੁੜਿਆ, ਸ਼ਬਦ ਦੇ ਬ੍ਰਹਮ ਪ੍ਰਭੂ ਦੇ ਬਚਨ, ਉਹਨਾਂ ਨੂੰ ਹਿਰਦੇ ਅੰਦਰ ਵਸਾ, ਤੇਰਾ ਆਵਾਗਮਨ ਮਿਟ ਜਾਏਗਾ। ਮਹਾਰਾਜ ਕਹਿੰਦੇ ਉਹਨੂੰ ਹਿਰਦੇ 'ਚ ਵਸਾ, ਜਿਹਨੇ ਵਸਾਇਆ ਫਿਰ ਔਰ ਕੀ ਹੋਵੇਗਾ। ਮਹਾਰਾਜ ਮਿਹਰ ਕਰਦੇ ਨੇ, ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ। ਕਹਿੰਦੇ ਜਦੋਂ ਸ੍ਰੇਸ਼ਟ ਸ਼ਬਦ ਨੂੰ ਧਾਰਨ ਕਰ ਲਿਆ, ਫਿਰ ਰਹਿ ਜਗਤਰ ਜਲ ਪਦਮ ਵਿਚਾਰ। ਜਗਤ ਵਿੱਚ ਐਉਂ ਰਵੇਗਾ ਉਹ ਜੀਵ ਜਿਨੇ ਸਾਰ ਵਸਤੂ ਸ਼ਬਦ ਨੂੰ ਹਿਰਦੇ 'ਚ ਟਿਕਾ ਲਿਆ। ਔਰ ਮਹਾਰਾਜ ਕਹਿੰਦੇ ਪਦਮ, ਪਦਮ ਦੇ ਅਖਰੀ ਅਰਥ ਹੁੰਦੇ ਨੇ ਕਵਲ, ਤੇ ਜਲ ਦਾ ਅਰਥ ਆਪ ਸਾਰੇ ਸਮਝਦੇ ਹੋ ਪਾਣੀ। ਮਹਾਰਾਜ ਕਹਿੰਦੇ ਨੇ ਜਿਵੇਂ ਕਵਲ ਪਾਣੀ ਵਿੱਚ ਰਹਿੰਦਾ ਹੈ ਤੇ ਉਹਦੇ ਵਿੱਚ ਲਪਾਈਮਾਨ ਨਹੀਂ ਹੁੰਦਾ, ਭਿੱਜਦਾ ਨਹੀਂ, ਪਾਣੀ ਉਹਨੂੰ ਡੋਬ ਨਹੀਂ ਸਕਦਾ। ਰੱਬ ਦਾ ਪਿਆਰਾ ਜਿਨੇ ਗਿਆਨ ਪ੍ਰਾਪਤ ਕਰ ਲਿਆ, ਉਹ ਸੰਸਾਰ ਵਿੱਚ ਰਹਿੰਦਾ, ਸੰਸਾਰ ਸਮੁੰਦਰ 'ਚ ਰਹੇਗਾ, ਪਰ ਇਹਦੇ ਹਾਵ ਭਾਵ ਨੂੰ, ਉਹਦੀਆਂ ਪੱਤੀਆਂ ਨੂੰ ਮੈਲੇ ਨਹੀਂ ਕਰ ਸਕਣਗੇ, ਉਹਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਡੋਬ ਨਹੀਂ ਸਕਣਗੇ। ਉਹ ਤਰ ਜਾਏਗਾ। ਕਲਪ ਤਰ ਰੋਗ ਬੇਦਾਰ, ਸੰਸਾਰ ਤਾਪ ਨਿਵਾਰ। हे ਮੇਰੇ ਮਾਲਕ, ਕਲਪ ਬਿਰਸ਼ ਜਿਹੜਾ ਹੈ, ਉਹ ਜਿਹੜਾ ਮਨੁੱਖ ਉਹਦੇ ਕੋਲ ਆ ਜਾਵੇ ਦੇਵ ਲੋਕ ਦੇ ਅੰਦਰ, ਉਹਦੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ। ਤੇ ਮਹਾਰਾਜ ਤੁਸੀਂ ਕਿੱਥੇ ਇੱਕ ਪਾਸੇ ਕਵਲ ਦੀ ਉਪਮਾ ਦਿੱਤੀ ਆ, ਉਹ ਕੇਵਲ ਪਾਣੀ 'ਚ। ਮਹਾਰਾਜ ਤੇਰਾ ਪਿਆਰਾ ਜਿਹੜਾ ਹੈ ਗੁਰ ਸਿੱਖ ਸੰਸਾਰ ਵਿੱਚ ਰਹਿੰਦਾ ਹੈ, ਆਪ ਤਰਦਾ ਹੈ ਤੇ ਦੂਜਿਆਂ ਨੂੰ ਤਾਰਦਾ ਹੈ। ਤਰੈ ਤਾਰੈ ਗੁਰ ਸਿੱਖ। ਮਹਾਰਾਜ ਇੱਥੇ ਕਲਪ ਜਿਹੜਾ ਹੈ, ਮਹਾਰਾਜ ਤਰ ਦਰਖਤ, ਉਹ ਆਪ ਹੋ, ਕੋਈ ਦੂਜਾ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦੇ ਕਲਪ ਬਿਰਸ਼ ਆਪ ਹੋ। ਕਲਪ ਬਿਰਸ਼ ਕੇਵਲ ਇੱਥੇ ਦਾ ਕੁਝ ਦੇ ਸਕਦਾ ਹੈ, ਮੁਕਤੀ ਨਹੀਂ ਦੇ ਸਕਦਾ, ਅੱਗੇ ਨਾਲ ਨਹੀਂ ਤੁਰ ਸਕਦਾ। ਮੇਰੇ ਦਾਤਾਰ ਪ੍ਰਭੂ, ਉਹਦੇ ਤੋਂ ਲਿਆ ਉਸ ਤਰ੍ਹਾਂ ਆਪ ਜੀਵਾਂ ਦੇ ਰੋਗ ਬੇਦਾਰ, ਸੰਸਾਰ ਤਾਪ ਨਿਵਾਰ। ਸੰਸਾਰ ਦੇ ਜਿਹੜੇ ਤਿੰਨ ਤਾਪ ਇਹਨਾਂ ਆਦੀ ਵਿਆਦੀ ਉਪਾਦੀ, ਉਹਨਾਂ ਨੂੰ ਨਿਵਾਰਨ ਵਾਲਾ ਆ, ਜਿਹੜਾ ਤੇਰੇ ਚਰਨਾਂ 'ਚ ਅਰਜ਼ੋਈ ਕਰਦਾ। ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੂ ਬਿਗਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ।
महाराज तू ताप निवारदा। आत्मा त्रिविधा तेरा एक लिवतार। और महाराज तिन तत्तां दा आत्मा या त्रिविध और आत्मा त्रिविध तिन विधि तिन तरह का आत्मा। और विद्वान मन लैंदे ने, कहते महाराज तू तीन तरह का आत्मा आद ओनू तार देना है, पार उतारा कर देना है। और उदा पार उतारा उदों हुंदा है जे तू चाहना मेरा आत्मा परमात्मा का रूप हो जावे, उहदे विच समा जावे। फिर एक लिवतार, एक नाल लिव ला, एक नाल सुरत जोड़ परमात्मा दे नाल। महाराज कहंदे कहो कीरता कल सहार। भट्ट कल सहार जी कहंदे कीरती कहो, फिर वडियाई करो गुरु दी, उहदे जस नूं गाओ। सपत दीप मजार लहना जगत रगुर परस मुरार। सत दीपां दे विच गुरु अंगद साहब महाराज दी वडियाई हो रही है। दुनिया दे लोगो तुसीं भी करो, तुहाडा भी भला होवेगा, तुहाडे ते भी मेहर वरसेगी। और तैता हदरथ पायो मान। हे मेरे धन गुरु अंगद देव महाराज, भट्ट जी कहंदे आ महाराज तै तुसां ने तां तदों और हदरथ पायो मान और सेविया गुर परवान। महाराज तुसां ने हदरथ दा अर्थ है हजूरी। और गुरु नानक देव महाराज दी हजूरी अंदर रह के सेवा करके सिमरन करके उन्हां तो गुरता दा मान प्राप्त कीता। त्रुठ गया गुरु, सेवक नूं गुरु बना दिता। और एडा गुरु दयालु आ और इन्नी कृपा करदा, कोई सेवक आ सारे बचनां नूं कमावे और ओदे मार्ग ते तुरे, इंच भी बाहर ना होवे, उन्हें गुरु बना देंदा है। गुरु अपने विच मिला लैंदा, अपना रूप दे देंदा है। महाराज सच्चे पातशाह कहंदे तुसीं पायो मान सेविया गुर परवान। तुसीं जेड़ा सिमरिया सेवा कीती वो प्रवान नहीं होए, गुरु तो रहमत लैके साध अजगर जिन किया उन्मान। कह लगे जेड़े वड्डे वड्डे साधना करन वाले जिन्हां ने उन्मान हिरदे दे विच मान कीता और हिरदे दी गुंथड़ गुंदी, और जिन्हां ने बहुत हिरदे दीयां भावनावां और उजागर कीतियां। हर हर दर्श समान। जहाँ महाराज सच्चे पातशाह कहंदे साध अजगर जिन किया उन्मान। जेड़ा मन असाध सी ना, ओनू साधना करके जेड़ा अजगर नाम सप दा है, वड्डे नू सप कह देंदे, ते शरीर दे विचों वड्डा मन ही है जिधर नू जी करदा लै तुरदा है। कहंदे एदी साधना करके जहर नू कढ के उन्मान उन्मनी बिरती जेड़ी एक लिव दे विच जोड़ दिता इनू, और केवल मोक्ष दे प्राप्ति वाला बना दिता। जिन्हां ने मन नू साध के सवार के उस मालक विच जोड़ दिता है। हर हर दर्श समान आत्मावंतो ज्ञान। हे मेरे वैगुरु, हरिया भरिया करन वाले संसार नू हरि परमात्मा तेरे दर्श समान, तेरा जेड़ा दर्शन आ वो समानता लिया देंदा है। जेड़ा अंतरात्मे दीदार करदा है ना, उहदे अंदर समान दृष्टि बन जाती। कदे तू मैं ऊच नीच नहीं रहंदी, वो समानता प्राप्त करदा है। ते जपदा जपदा एक दिन तेरे समान तेरे विच मिल जांदा, तेरे वर्गा हो जांदा है। और महाराज मेहर कर दे आत्मावंत ज्ञान। जिहड़ी आत्मा है ना, वो ज्ञान दे नाल वंत आत्मा ज्ञान वाला बन जाता है। ज्ञान प्रकाश हिरदे विच हो जाता है। आत्मा दा आत्मक ज्ञान हासिल कर लैंदा है हिरदे दे अंदर रह के। और महाराज मेहर कर दे जानी अकल गत गुर परवान। महाराज सच्चे पातशाह अकल और
कल मैना हुंदा है शक्ति ते अकल मैना हुंदा है रहत। महाराज जिहड़ी तेरी शक्ति है ना जानी वो तेरी गत मर्यादा तेरी ताकत शक्ति जानी नहीं जाती। महाराज गुर प्रवान ਜਿਹੜਾ ਤੈਨੂੰ ਸਿਮਰਦਾ ਹੈ ਉਹ ਪ੍ਰਮਾਣ ਹੁੰਦਾ ਹੈ, ਆਪਣੀ ਬੁੱਧੀ ਦੇ ਬਲ ਦੇ ਨਾਲ ਨਹੀਂ। ਮਹਾਰਾਜ ਤੇਰੀ ਦਾਤ ਬਹੁਤ ਵੱਡੀ ਆ, ਤੂੰ ਦਾਤਾ ਹੈ ਜਾ ਕੀ ਦ੍ਰਿਸ਼ਟ ਆਚਲ ਠਾਨ। ਮਹਾਰਾਜ ਜਾ ਕੀ ਜਿਸ ਦੀ ਦ੍ਰਿਸ਼ਟੀ ਨਦਰ ਵਿੱਚ ਆਚਲ ਜਿਹੜੇ ਚਲਾਏ ਮਨ ਨੇ ਮਹਾਰਾਜ ਉਹ ਟਿਕਾਣਾ ਪਾ ਲੈਂਦੇ ਨੇ, ਉਹ ਸਥਿਰਤਾ ਪਾ ਲੈਂਦੇ, ਟਿਕ ਜਾਂਦੇ ਨੇ। ਬਿਮਲ ਬੁੱਧ ਸੋਥਾਨ ਮਹਾਰਾਜ ਉਹਨਾਂ ਦੀ ਬੁੱਧੀ ਜਿਹੜੀ ਬਿਮਲ ਪਵਿੱਤਰ ਹੋ ਜਾਂਦੀ, ਸਵੱਛ ਹੋ ਜਾਂਦੀ ਏ, ਸ੍ਰੇਸ਼ਟ ਹੋ ਜਾਂਦੀ ਏ। ਪਹਿਰ ਸੀਲ ਸਨਾ ਸਖਤ ਬੇਦਾਰ ਮਹਾਰਾਜ ਉਹ ਸੀਤਲ ਠਰਮੇ ਦੀ ਟਿਕਾਓ ਦੀ ਸਨਾਹ ਸੰਜੋ ਪਹਿਨ ਲੈਂਦੇ ਨੇ। ਬਈ ਚੋਟਾਂ ਵੱਜਦੀਆਂ ਨੇ ਦੁੱਖਾਂ ਦੀਆਂ ਤਰਕਾਂ ਦੀਆਂ, ਉਹ ਸ਼ਾਂਤੀ ਦੀ ਸੰਜੋ ਪਹਿਨ ਲੈਂਦੇ ਨੇ। ਤੇ ਸ਼ਕਤ ਬੇਦਾਰ ਜਿਹੜੀਆਂ ਬਾਹਰ ਦੀਆਂ ਸ਼ਕਤੀਆਂ ਚੋਟਾਂ ਮਾਰ ਕੇ ਉਹਨੂੰ ਮਾਰਗ ਤੋਂ ਖੁੰਝਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਬੇਦਾਰ ਨਾਸ਼ ਕਰ ਦਿੰਦੇ ਨੇ। ਔਰ ਸੰਜੋ ਪਹਿਨ ਕੇ ਸ਼ਾਂਤੀ ਦੀ ਮਹਾਰਾਜ ਕਹਿੰਦੇ ਕਹੁ ਕੀਰਤਾ ਕਲ ਸਹਾਰ ਸਪਤ ਦੀਪ ਮਜ਼ਾਰ। ਕਲ ਸਹਾਰਨਾਮਾ ਭੱਟ ਕਹਿੰਦਾ ਹੈ ਗੁਰੂ ਦੀ ਕੀਰਤੀ ਕਹੋ ਤੇ ਸੱਤ ਦੀਪਾਂ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਵਡਿਆਈ ਹੋ ਰਹੀ ਹੈ। ਜਗਤਰ ਗੁਰ ਪਰਸਮਰਾਰ ਜਿਨ੍ਹਾਂ ਨੇ ਜਗਤ ਦੇ ਗੁਰੂ ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਪਰਸ਼ ਕੀਤਾ ਹੈ ਉਹਨਾਂ ਤੋਂ ਬਖਸ਼ਿਸ਼ ਲਈਏ। ਹੁਣ ਜਗਤ ਦੇ ਗੁਰੂ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਹੋ ਗਏ ਨੇ, ਉਹਨਾਂ ਦੇ ਚਰਨਾਂ ਦੇ ਨਾਲ ਜੁੜ ਜਾਓ, ਬਚਨਾਂ ਨੂੰ ਕਮਾਓ, ਸ਼ਾਂਤੀ ਮਿਲੇਗੀ। ਦ੍ਰਿਸ਼ਟ ਧਾਰਤ ਤਮ ਹਰਨ ਜਿਹਦੇ ਉੱਪਰ ਮਿਹਰ ਭਰੀ ਦ੍ਰਿਸ਼ਟੀ ਕਰਦੇ ਨੇ ਉਹਦਾ ਤਮ ਅਗਿਆਨਤਾ ਦਾ ਅੰਧੇਰਾ ਹਰਨ ਨਾਸ਼ ਕਰ ਦਿੰਦੇ ਨੇ। ਮਿਹਰ ਦੀ ਨਜ਼ਰ ਨਾਲ ਦਹਿਨ ਅਗ ਪਾਪ ਪ੍ਰਨਾਸਨ ਜਿਹੜੇ ਅਗ ਕੀਤੇ ਹੋਏ ਬਹੁਤੇ ਪਾਪ ਇਹਨਾਂ ਉਹਨਾਂ ਨੂੰ ਦਹਿਨ ਸਾੜ ਕੇ ਦਗਧ ਕਰ ਦਿੰਦੇ ਨੇ, ਨਾਸ਼ ਕਰ ਦਿੰਦੇ ਨੇ। ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਸ਼ਬਦ ਸੂਰ ਬਲਵੰਤ ਮਹਾਰਾਜ ਕਹਿੰਦੇ ਜਿਹੜਾ ਸ਼ਬਦ ਹੈ ਔਰ ਉਹ ਸੂਰਜ ਦੀ ਨੁਮਾ ਹੈ, ਜਿਹੜਾ ਬ੍ਰਹਮ ਦਾ ਸ਼ਬਦ ਹੈ ਨਾ ਉਹਦਾ ਪ੍ਰਕਾਸ਼ ਸੂਰਜ ਦੀ ਨੁਮਾ। ਤੇ ਸੂਰਜ ਜਿੱਥੇ ਆ ਜਾਵੇ ਉੱਥੇ ਅੰਧੇਰੇ ਦੀ ਕੀ ਮੁਜਾਲ ਹੈ, ਜਿੱਥੇ ਗੁਰੂ ਦਾ ਸ਼ਬਦ ਆ ਜਾਵੇ ਉੱਥੇ ਅਗਿਆਨ ਦੇ ਅੰਧੇਰੇ ਦੀ ਕੀ ਮੁਜਾਲ ਹੈ। ਕਿਉਂ ਕਹਿਣ ਲੱਗੇ ਜਿਵੇਂ ਸੂਰਮਾ ਬਲਵੰਤ ਤਾਕਤ ਦੇ ਸਹਿ ਤੇ ਮਾੜਾ ਧੀੜਾ ਕੋਈ ਉਹਦੇ ਅੱਗੇ ਅੜਦਾ ਨਹੀਂ। ਸ਼ਬਦ ਇੰਨਾ ਕੁ ਬਲਵੰਤ ਤੇ ਤਾਕਤ ਵਾਰੇ ਮਹਾਰਾਜ ਕਹਿੰਦੇ ਸ਼ਬਦ ਸੂਰਮੇ ਦੇ ਅੱਗੇ ਔਰ ਸ਼ਬਦ ਸੂਰਜ ਦੇ ਅੱਗੇ ਕੋਈ ਵੀ ਅਗਿਆਨ ਟਿਕਦਾ ਨਹੀਂ। ਇੰਨੀ ਕੁ ਤਾਕਤ ਆਂਦੀ ਏ। ਕਾਮ ਅਰ ਕ੍ਰੋਧ ਬੈਨਾਸਨ ਜਿਹੜਾ ਉਹਨੂੰ ਜਪਦਾ ਹੈ ਸ਼ਬਦ ਨੂੰ ਉਹ ਕਾਮ ਵਾਸ਼ਨਾਵਾਂ ਔਰ ਕਾਮਨਾਵਾਂ ਦਾ ਔਰ ਅੰਤ ਕਰ ਲੈਂਦਾ ਹੈ, ਉਹਨਾਂ ਦਾ ਖਾਤਮਾ ਕਰ ਦਿੰਦਾ ਹੈ। ਲੋਭ ਮੋਹ ਵਸ ਕਰਨ ਸਰਣ ਜਾਂਚਕ ਪ੍ਰਤ ਪਾਲਣ ਲੋਭ ਤੇ ਮੋਹ ਮਹਾਰਾਜ ਕਹਿੰਦੇ ਇਹਨਾਂ ਨੂੰ ਵਸ ਕਰਨ ਔਰ ਗੁਰੂ ਦੀ ਤਾਕਤ ਲੈ ਕੇ ਇਹਨਾਂ ਨੂੰ ਨੱਥ ਪਾ ਲੈਂਦੇ ਨੇ, ਇਹਨਾਂ ਨੂੰ ਵਸ 'ਚ ਲੈ ਆਉਂਦੇ ਨੇ। ਆਮ ਮਨੁੱਖ ਇਹਨਾਂ ਵਿਕਾਰਾਂ ਦੇ ਵਸ ਵਿੱਚ ਜਿੱਧਰ ਨੂੰ ਵਾਸ਼ਨਾ ਭਟਕੀ ਉਧਰ ਨੂੰ ਚਲਾ ਗਿਆ, ਪਰ ਉਹ ਜਿਹੜੇ ਨੇ ਬੰਦਗੀ ਕਰਨ ਵਾਲੇ ਦੇ ਵਸ ਵਿੱਚ ਹੋ ਜਾਂਦੇ ਨੇ, ਉਹਦੇ ਕਹਿ ਤੋਂ ਬਾਹਰ ਨਹੀਂ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਐਸਾ ਹੋਇਆ ਨਾ ਔਰ ਉਹ ਕੀ ਕਰਦੇ ਨੇ ਜਾਚਕ ਮੰਗ ਕਰਦੇ ਨੇ ਕਾਦੀ ਮਹਾਰਾਜ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਪ੍ਰਤਪਾਲਨ ਔਰ ਸਾਨੂੰ ਸ਼ਰਨ ਵਿੱਚ ਰੱਖ ਕੇ ਸਾਡੇ ਤਾਈਂ ਪਾਲਣ ਪੋਸ਼ਣ ਕਰ। ਉਹ ਸ਼ਰਨ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਨੂੰ ਵਸ ਵਿੱਚ ਕਰ ਲੈਂਦੇ ਨੇ। ਆਤਮ ਰਤ ਸੰਗ੍ਰਹਿ ਨਾ ਉਹ ਆਤਮਾ ਦਾ ਰਤ ਪ੍ਰੀਤੀ ਸੰਗ੍ਰਹਿ ਨੂੰ ਇਕੱਠਾ ਕਰਦੇ ਨੇ ਅੰਦਰ ਦੇ ਇਹ ਕਹਿ ਲਓ ਐਨਰਜੀ ਅੰਦਰ ਦੀ ਸ਼ਕਤੀ ਅੰਦਰ ਦੀ ਬਖਸ਼ਿਸ਼ ਉਹਨੂੰ ਜਪ ਜਪ ਕੇ ਦਾਤ ਨੂੰ ਇਕੱਠੀ ਕਰਦੇ ਨੇ।
ਕਹਿਣ ਅੰਮ੍ਰਿਤ ਕਲ ਢਾਲਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਐਉਂ ਬੇਨਤੀਆਂ ਕਰਦੇ ਨੇ ਕਿ ਜਿਹੜਾ ਪ੍ਰਭੂ ਦਾ ਅੰਮ੍ਰਿਤ ਹੈ ਨਾਮ, ਉਹਨੂੰ ਹਿਰਦੇ ਦੇ ਵਿੱਚ ਢਾਲਣ, ਢੱਕਦੇ ਨੇ, ਸਮਾਉਂਦੇ ਨੇ, ਇਕੱਠਾ ਕਰਕੇ ਰੱਖਦੇ ਨੇ, ਉਹਨੂੰ ਇਕੱਠਾ ਕਰਦੇ ਨੇ ਹਿਰਦੇ ਦੇ ਵਿੱਚ ਪਾਉਣ ਲਈ। ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰੈ। ਭੱਟ ਜੀ ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਕਲਯੁਗ ਦੇ ਵਿੱਚ ਆਏ ਸਰਗੁਣ ਸਰੂਪ ਧਾਰਨ ਕਰਕੇ, ਤੇ ਸਤਿਗੁਰ ਤਿਲਕ, ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਹੁੰਦਿਆਂ ਹੋਇਆਂ ਔਰ ਗੁਰਤਾ ਗੱਦੀ ਦਾ ਤਿਲਕ ਔਰ ਆਪ ਜੀ ਦੇ ਗੁਰੂ ਅੰਗਦ ਸਾਹਿਬ ਜੀ ਮਸਤਕ ਵਿੱਚ ਲਾਇਆ। ਆਪ ਜੀ ਨੂੰ ਉਹ ਦਾਤ ਜੋਤ ਜਿਹੜੀ ਵਡਿਆਈ ਬਖਸ਼ਿਸ਼ ਕਰ ਦਿੱਤੀ। ਸਤ ਲੱਗੈ, ਜਿਹੜੇ ਇਸ ਸੱਚ ਸਰੂਪ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਰਗ ਨਾਲ, ਬਚਨਾਂ ਨਾਲ ਔਰ ਇਸ ਸੱਚ ਦੇ ਮਾਰਗ ਦੇ ਨਾਲ ਲੱਗੇ, ਜੁੜ ਗਏ, ਸਤ ਨਾਲ ਜੁੜ ਗਏ, ਸੋ ਉਹ ਇਸ ਮਾਰਗ ਤੇ ਪੈ ਕੇ ਤਰੈ, ਉਹ ਤਰ ਗਏ, ਪਾਰ ਉਤਾਰਾ ਹੋਇਆ। ਗੁਰ ਜਗਤ ਫਿਰਨਾ ਸੀ ਅੰਗਰ, ਰਾਜ ਜੋਗ ਲਹਿਣਾ ਕਰੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਬਤ ਭੱਟ ਜੀ ਕਹਿੰਦੇ ਆ, ਗੁਰ ਜਗਤ, ਜਗਤ ਦੇ ਗੁਰੂ, ਔਰ ਕਹਿਣ ਲੱਗੇ ਫਿਰਨ ਸੀ, ਔਰ ਅੰਗਰੋ ਕਹਿਣ ਲੱਗੇ ਜਿਹੜਾ ਬਾਬਾ ਫੇਰੂ ਮੱਲ। ਫਿਰਨ ਸੀ ਦਾ ਅਰਥ ਹੈ ਬਾਬਾ ਫੇਰੂ ਮੱਲ। ਬਾਬਾ ਫੇਰੂ ਮੱਲ ਗੁਰੂ ਅੰਗਦ ਦੇਵ ਮਹਾਰਾਜ ਦੇ ਪਿਤਾ ਦਾ ਨਾਮ ਹੈ। ਔਰ ਕਹਿਣ ਲੱਗੇ ਫਿਰਨ ਸੀ ਅੰਗਰੋ, ਅੰਗਰੋ ਦਾ ਅਰਥ ਹੈ ਅੰਗਦ, ਜਿਹੜੇ ਜਗਤ ਦੇ ਗੁਰੂ ਦੀ ਵਡਿਆਈ ਕਰ ਰਹੇ ਆ, ਜਿਹੜੇ ਜਗਤ ਦੇ ਗੁਰੂ ਦਾ ਹੁਕਮ ਮੰਨਣ ਲਈ ਦੁਨੀਆ ਦੇ ਲੋਗੋ ਤੁਹਾਨੂੰ ਪ੍ਰੇਰਿਤ ਭੱਟ ਕਰ ਰਹੇ ਕਿ ਇਹਦੀ ਵਡਿਆਈ ਕਰੋ, ਉਹ ਬਾਬਾ ਫੇਰੂ ਮੱਲ ਦੇ ਪੁੱਤਰ ਔਰ ਉਹ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਕੇ ਲਹਿਣੇ ਤੋਂ ਅੰਗਦ ਹੋ ਗਏ। ਗੁਰੂ ਅੰਗਦ ਦੇਵ ਮਹਾਰਾਜ ਨੇ ਤੇ ਰਾਜਯੋਗ ਲਹਿਣਾ ਕਰੇ, ਜਿਹਦਾ ਨਾਮ ਪਹਿਲਾਂ ਭਾਈ ਲਹਿਣਾ ਸੀ ਨਾ, ਕਹਿੰਦੇ ਰਾਜਯੋਗ ਕਰੇ। ਉਹ ਗ੍ਰਹਿਸਥ ਧਰਮ ਦੇ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਆਪ ਜੁੜਿਆ, ਸੁਰਤ ਜੋੜਦਾ ਹੈ। ਔਰ ਗੁਰੂ ਅੰਗਦ ਦੇਵ ਮਹਾਰਾਜ ਮਾਂ ਭਰਾਈ ਦੇ ਕੋਠੇ ਵਿੱਚ ਆ ਕੇ ਕਈ ਦਿਨ ਸੁਰਤ ਜੋੜ ਕੇ ਬੈਠੇ ਰਹੇ ਸਨ। ਪਿੱਛੋਂ ਬਾਬਾ ਬੁੱਢਾ ਜੀ ਸੰਗਤ ਆਈ, ਉਹਨਾਂ ਨੇ ਆ ਕੇ ਪ੍ਰਗਟ ਕੀਤਾ। ਤੇ ਜਦੋਂ ਔਰ ਗੁਰੂ ਅੰਗਦ ਸਾਹਿਬ ਦੇ ਪੁੱਤਰ ਬਾਬਾ ਔਰ ਦਾਤੂ ਜੀ ਨੇ ਲੱਤ ਮਾਰੀ ਸੀ ਗੁਰੂ ਅਮਰਦਾਸ ਸਾਹਿਬ ਦੇ, ਉਹ ਵੀ ਬਾਸਰ ਕੇ ਆ ਕੇ ਕੋਠੇ ਨੂੰ ਬੰਦ ਕਰਕੇ ਅੰਦਰ ਸਮਾਧੀ ਲਾ ਕੇ ਸੁਰਤ ਜੋੜ ਕੇ ਲਿਵਲੀਨ ਹੋ ਗਏ ਸਨ। ਕਹਿਣ ਲੱਗੇ ਉਹ ਆਪ ਸੁਰਤ ਜੋੜਦੇ ਨੇ, ਤੇ ਗੁਰੂ ਜਿਵੇਂ ਸੁਰਤ ਜੋੜਨੀ ਜਿਹੜਾ ਜਾਣਦਾ ਹੈ ਨਾ ਆਪਣੀ, ਜਿਹੜਾ ਬੰਦਾ ਆਪ ਕੁਝ ਕਰਨਾ ਜਾਣਦਾ, ਜੋ ਕੁਝ ਆਪ ਕਰਦਾ ਉਹ ਹੀ ਦੂਜੇ ਨੂੰ ਸਿਖਾਵੇਗਾ। ਤੇ ਸਾਡੀ ਸੰਸਾਰ ਦੀ ਆਦਤ ਹੈ, ਆਪ ਨੂੰ ਭਾਵੇਂ ਆਉਂਦਾ ਕੁਛ ਨਾ ਹੋਵੇ, ਦੂਜੇ ਨੂੰ ਸਲਾਹਾਂ ਦੇਵਾਂਗੇ, ਐ ਕਰ ਲਈ, ਐ ਕਰ ਲਈ, ਤੂੰ ਐ ਜੇ ਕਰ। ਔਰ ਨਹੀਂ, ਗੁਰੂ ਨੇ ਆਪ ਕੀਤਾ ਹੈ, ਕਮਾਇਆ ਹੈ। ਗੁਰੂ ਨੂੰ ਕਿਵੇਂ ਰਝਾਉਣਾ, ਬਚਨਾਂ ਨੂੰ ਕਿਵੇਂ ਕਮਾਉਣਾ, ਗੁਰੂ ਦੀ ਸੇਵਾ ਕਿਵੇਂ ਕਰਨੀ, ਇਹ ਭਾਈ ਲਹਿਣੇ ਨੇ ਸਿਖਾ ਦਿੱਤਾ। ਤੇ ਫਿਰ ਗੁਰੂ ਔਰ ਉਹਦੀ ਸੇਵਾ ਤੇ ਪ੍ਰਸੰਨ ਹੋ ਕੇ ਲਹਿਣੇ ਨੂੰ ਗੁਰੂ ਬਣਾ ਦਿੱਤਾ। ਔਰ ਉਹਨੇ ਵੀ ਆਪ ਕਮਾਇਆ ਤੇ ਸੁਰਤ ਜੋੜੀ ਗੁਰੂ ਨਾਨਕ ਨਿਰੰਕਾਰੀ ਦੇ ਚਰਨਾਂ 'ਚ, ਤੇ ਦੁਨੀਆ ਨੂੰ ਸਿਖਾਇਆ ਐਂ ਜਪਿਆ ਜੇ, ਐਂ ਜੁੜਿਆ ਜੇ। ਤੇ ਜੋੜਨ ਦਾ ਤਰੀਕਾ ਪਰਿਵਾਰ ਵਿੱਚ ਰਹਿ ਕੇ ਔਰ ਨਿਰੰਕਾਰ ਨਾਲ ਸਿਖਾ ਦਿੱਤਾ। ਇਹ ਭੱਟ ਕਲਸਹਾਰ ਜੀ ਨੇ ਜਿਵੇਂ ਔਰ ਗੁਰੂ ਅੰਗਦ ਦੇਵ ਮਹਾਰਾਜ ਦੀ ਉਸਤਤ ਕਰ ਰਹੇ ਨੇ, ਰਹਿ ਗਏ ਇਹਨਾਂ ਦੇ ਬਚਨ ਕਲਸਹਾਰ ਜੀ ਦੇ। ਆਪਾਂ ਕੱਲ ਦੇ ਸਮੇਂ ਅੰਦਰ ਵਾਚਨ ਦਾ ਯਤਨ ਕਰਾਂਗੇ। ਗੁਰੂ ਅੰਗਦ ਦੇਵ ਮਹਾਰਾਜ ਦੀ ਜੋ ਉਸਤਤ ਕਰ ਰਹੇ ਨੇ, ਜਿਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ, ਜਿੰਨੀ ਕੁ ਮਤ ਬੁੱਧ ਬਖਸ਼ੀ, ਤੁਸ਼ ਬੁੱਧੀ ਨਾਲ ਸੰਖੇਪ ਰੂਪ ਅੰਦਰ ਭੱਟਾਂ ਦੇ ਸਵਾਈਆਂ ਦੀ ਆਪ ਨਾਲ ਵਿਚਾਰ ਦੀ ਸਾਂਝ ਪਾਉਂਦੇ ਆ ਰਹੇ ਹਾਂ। ਸਤਿਗੁਰੂ ਕੀ ਆਪ ਸੰਗਤ, ਜਿਸ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਆਪ ਜੀ ਕਿਰਪਾ ਕਰਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਪੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਵਿੱਚ ਵਰਤ ਕੇ ਸੰਖੇਪ ਰੂਪ ਅੰਦਰ
इस बाणी की कथा विचार करन दा, पढ़न दा, सुनन दा सानू सबब बख्शिश करन। जिन्नी को रहमत करते ने उन्नी क आपां कथा करते हैं, उन्नी की आपां सुनते हैं। उहदी किरपा ना होवे ते जबान बोलनों बंद हो जावे और लत्तां चलनों बंद हो जान, किवें चल के आवांगे? कन्न बंद हो जान, किवें सुन सकांगे? ये संगत जी उसे दी किरपा है, ओदी रहमत है। जिन्नी को मत बुद्ध बख्श दे उहदे मुतलक पढ़ पढ़ा के विचार आपदे समक्ष रखन दा जतन कीता। इन्नियां बेनतियां प्रवान सतगुरु दे बचन जान के सतगुरु की संगत हिरदियां च वसाया जे। दास दियां अनेकां भुल्लां गलतियां दी खिमा करिया जे। अरदास अंदर शामिल होइए। वाहिगुरु जी का खालसा, वाहिगुरु जी की फतेह। तो